ਵੱਖ-ਵੱਖ ਵੇਸਾਂ ਧਰਮਾਂ ਅਤੇ ਜਾਤਾਂ ਕਾਰਨ ਵੰਡੀ ਹੋਈ ਮਾਨਵਤਾ ਨੂੰ ਸਾਂਝੀ ਵਾਲਤਾ ਅਤੇ ਪ੍ਰੇਮ ਦਾ ਚਾਨਣ ਬਣਦੀ ਨੂਰਾਨੀ ਜੋਤ ਗੁਰੂ ਨਾਨਕ ਦੇਵ ਜੀ ਨੇ ਆਪਣੀ ਰਚੀ ਅਤੇ ਇਕੱਤਰ ਕੀਤੀ ਬਾਣੀ ਦੀ ਪੋਥੀ ਭਾਈ ਲਹਿਣਾ ਜੀ ਅੱਗੇ ਤੱਕ ਕੇ ਉਹਨਾਂ ਨੂੰ ਸੀਸ ਨਿਵਾਇਆ, ਗੁਰਗੱਦੀ ਅਰਪਣ ਕੀਤੀ। ਭਾਈ ਲਹਿਣੇ ਤੋਂ ਗੁਰੂ ਅੰਗਦ ਬਣਾਇਆ। पापा आए खड़े नहीं होने। गुरु अंगद देव जी ने खडूर ਸਾਹਿਬ ਵਸਾ ਕੇ ਧਰਮ ਦੇ ਪ੍ਰਚਾਰ ਦਾ ਨਵਾਂ ਕੇਂਦਰ ਸਥਾਪਿਤ ਕੀਤਾ। ਗੁਰਮੁਖੀ ਅੱਖਰਾਂ ਦੇ ਪਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ। तीसरी पातशाही श्री गुरु अमरदास जी ने गोइंदवाल बसाया। सिख संगतां दी वधदी गिणती दा सदका सांझी पंगत विच बैठ के लंगर छकण दी प्रथा नूं होर भी बल मिलिया। गुरु अमरदास जी ने समाज विच इस्त्री दे रुतबे नूं ਉੱਚਾ उठाउण लई विशेष यतन कीते। विधवा विआह की प्रेरणा दी ते सती की रस्म का खंडन किया। सतियां से नाफियन जो मड़िया लग जलन, सतियां से नाल का जो बिरहा चोट मरम, जो बिरहा चोट ये बच्चा के डाला तेरे कलर आ गया। देखो देखो मेरा कलर आ गया। चौथी पातशाही श्री गुरु रामदास जी ने नवा नगर वसाया, जिसनों चक रामदास किया जाता सी, जिसनों असी श्री अमृतसर के नाम के नाल जानते हैं। श्री गुरु रामदास जी ने इत्थे सरोवर की खुदवाई भी करवाई। श्री गुरु रामदास जी ने 30 रागां विच बाणी की रचना की। पंजवीं पातशाही श्री गुरु अर्जन देव जी ने अमृत सरोवर के विचकार श्री दरबार साहब की उसारी करवाई। उसका नींह पत्थर मुसलमान सूफी फकीर साईं मियाँ मीर तो रखवा के सांझी वालता, इंसानी प्रेम ਅਤੇ सब धर्मां प्रति सत्कार के संदेश में साकार रूप प्रदान किया। इलाही सुंदरता का मुजस्समा, रूहानी शांति का सोमा ते हर पल रागमई बाणी नाल तरंगित जल विच सुभायमान एक अनूठी मौजूदगी है श्री दरबार साहिब। डिठे सबे नहीं तुझे यार, डिठे सबे नहीं तुझे यार। श्री गुरु अर्जन देव जी ने ही श्री गुरु ग्रंथ साहब का संपादन किया। इस पावन ग्रंथ विच अपने समेत 5 गुरु साहिबान की बाणी दे नाल वख-वख धर्मां, जातां ਅਤੇ ਇਲਾਕਿਆਂ ਨਾਲ ਸੰਬੰਧਿਤ ਸੰਤਾਂ, ਭਗਤਾਂ ਤੇ ਸੂਫੀਆਂ ਦੀ ਬਾਣੀ ਵੀ ਸ਼ਾਮਿਲ ਕੀਤੀ। सब धर्म मिल के बैठे
प्रथम प्रकाश 1604 ईस्वी ਨੂੰ श्री दरबार साहब ਵਿੱਚ ਕੀਤਾ ਗਿਆ। ਇੱਕ ਪਾਸੇ ਸਮੁੱਚੀ ਕਾਇਨਾਤ, ਸਾਰੀ ਖਲਕਤ ਤੇ ਸਭ ਧਰਮਾਂ ਨੂੰ ਪਿਆਰ ਦੇਣ ਵਾਲੇ ਇਸ ਪੈਗਾਮ ਦਾ ਚਾਨਣ, ਤੇ ਦੂਜੇ ਪਾਸੇ ਬਾਦਸ਼ਾਹ ਜਹਾਂਗੀਰ ਉਸ ਕੋਲੋਂ ਤੇ ਉਸ ਦੇ ਤਾਸੁਬੀ ਸਲਾਹਕਾਰਾਂ ਕੋਲੋਂ ਇਹ ਨਿਸਦਿਨ ਫੈਲਦਾ ਚਾਨਣ ਜਰਿਆ ਨਾ ਗਿਆ। ਜਹਾਂਗੀਰ ਨੇ ਆਪਣੇ ਮੀਰ ਬਖਸ਼ ਮੁਰਤਜ਼ਾ ਖਾਨ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਅਰਜਨ ਦੇਵ ਨੂੰ ਜਾਂ ਤਾਂ ਇਸਲਾਮ ਕਬੂਲ ਕਰਵਾ ਲਵੇ ਤੇ ਜਾਂ ਉਹਨਾਂ ਦੀ ਹਸਤੀ ਮਿਟਾ ਦੇਵੇ। ਤਪਦੀ ਤਵੀ, ਤੱਤੀ ਰੇਤ, ਉਬਲਦੀ ਦੇਗ, ਮੁਰਤਜ਼ਾ ਖਾਨ ਨੇ ਗੁਰੂ ਅਰਜਨ ਦੇਵ ਜੀ ਨੂੰ ਅਕਹਿ ਤੇ ਅਸਹਿ ਤਸੀਹੇ ਦਿੱਤੇ। ਸਾਈਂ ਮੀਆਂ ਮੀਰ ਤੜਪ ਉੱਠਿਆ, ਪਰ ਗੁਰੂ ਅਰਜਨ ਦੇਵ ਜੀ ਦੇ ਮੁਖ ਤੇ ਇਹੀ ਵਾਕ ਸੀ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮਾਂਗੇ। ਹਰ ਪਲ ਇਹੀ ਬੋਲ ਉਚਾਰਦਿਆਂ, ਅਸਹਿ ਨੂੰ ਸਹਿੰਦਿਆਂ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ। सूरज किरण मिले, जल का जल हुआ राम, ज्योति ज्योत रली, संपूर्ण थिया राम। सूरज किरण मिले, जल का सच, प्रेम ਅਤੇ ਸਾਂਝੀਵਾਲਤਾ ਦੇ ਮਹਾਨ ਮਾਰਗ ਨੂੰ ਜੁਗਾਂ ਜੁਗਾਂ ਲਈ ਰੋਸ਼ਨਾਉਣ ਵਾਲੇ ਗੁਰੂ ਅਰਜਨ ਦੇਵ ਜੀ ਨੂੰ ਇਤਿਹਾਸ ਸ਼ਹੀਦਾਂ ਦੇ ਸਰਤਾਜ ਕਹਿ ਕੇ ਯਾਦ ਕਰਦਾ ਹੈ। ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਰੂਹਾਨੀ ਰਹਿਬਰੀ ਦਾ ਚਿੰਨ੍ਹ ਸੀ ਪੀਰੀ ਦੀ ਤਲਵਾਰ, ਰਾਜਸੀ ਇਤਿਹਾਸਿਕ ਸੂਝ ਅਤੇ ਸ਼ਕਤੀ ਦਾ ਪ੍ਰਤੀਕ ਸੀ ਮੀਰੀ ਦੀ ਤਲਵਾਰ। ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਤਾਂ ਜਲ ਵਾਂਗ ਸ਼ੀਤਲ ਰਹੇ, ਪਰ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਆਪਣੇ ਗੁਰੂ ਨੂੰ ਦਿੱਤੇ ਗਏ ਤਸੀਹਿਆਂ ਦਾ ਦੁੱਖ ਅੰਗਾਰਿਆਂ ਵਾਂਗ ਬਲਦਾ ਰਿਹਾ। ਉਸ ਦੇ ਸੇਕ ਵਿੱਚ ਲੋਹਾ ਪਿਘਲਣ ਲੱਗਾ, ਸ਼ਮਸ਼ੀਰਾਂ ਬਣਨ ਲੱਗੀਆਂ। ਗੁਰੂ ਦਰਬਾਰ ਵਿੱਚ ਘੋੜੇ ਅਤੇ ਬੰਦੂਕਾਂ ਦਾ ਚੜਾਵਾ ਚੜਨ ਲੱਗਾ। ਨੱਥਾ ਅਤੇ ਅਬਦੁੱਲਾ ਢਾਡੀ ਬਹਾਦਰ ਯੋਧਿਆਂ ਦੀਆਂ ਵਾਰਾਂ ਗਾਉਣ ਲੱਗੇ। ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਨ ਦਾ ਆਦੇਸ਼ ਦਿੱਤਾ। ਘੋੜ ਸਵਾਰਾਂ ਦੀ ਫੌਜ ਖੜੀ ਕੀਤੀ। ਸਿੱਖ ਦੁਨਿਆਵੀ ਬਾਦਸ਼ਾਹਾਂ ਤੋਂ ਬੇਪਰਵਾਹ ਅਤੇ ਨਾਬਰ ਹੋ ਗਏ। ਉਹਨਾਂ ਨੇ ਆਪਣੇ ਗੁਰੂ ਨੂੰ ਦੀਨ ਦੁਨੀ ਦਾ ਬਾਦਸ਼ਾਹ ਆਖਿਆ। ਬਾਬਰ ਕੀ ਜਹਾਂਗੀਰ, ਇੱਥੇ ਵਾੜੀ ਖੇਤ ਨੂੰ ਖਾਮਦੀ, ਇੱਥੇ ਬਿਲਕੇ ਮੀਆਂ ਮੀਰ। ਅੱਜ ਸ਼ਾਹੀ ਜ਼ੁਲਮ ਦੇ ਸਾਹਮਣੇ ਉਹ ਸਾਡੀ ਲਿਸ਼ਕ ਉੱਠੀ ਸ਼ਮਸ਼ੀਰ। ਸਾਡਾ ਦੀਨ ਦੁਨੀ ਦਾ ਪਾਤਸ਼ਾਹ, ਸਾਡਾ ਸਤਿਗੁਰ ਮੀਰ ਤੇ ਪੀਰ, ਸਾਡਾ ਸਤਿਗੁਰ ਮੀਰ ਤੇ ਪੀਰ, ਸਾਡਾ ਸਤਿਗੁਰ ਮੀਰ ਤੇ ਪੀਰ।
ਪੀਰੀ ਅਤੇ ਮੀਰੀ ਦੇ ਸੰਕਲਪ ਨੂੰ ਸਾਕਾਰ ਰੂਪ ਬਖਸ਼ਣ ਲਈ ਗੁਰੂ ਹਰਗੋਬਿੰਦ ਜੀ ਨੇ ਸ਼੍ਰੀ ਦਰਬਾਰ ਸਾਹਿਬ ਦੇ ਸਨਮੁਖ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਵਾਇਆ। ਇਸ ਦੌਰਾਨ ਸ਼ਾਹੀ ਫੌਜਾਂ ਨੇ ਅਨੇਕ ਵਾਰ ਗੁਰੂ ਦਰਬਾਰ ਤੇ ਭਾਰੀ ਫੌਜੀ ਸ਼ਕਤੀ ਨਾਲ ਹਮਲੇ ਕੀਤੇ, ਪਰ ਹਰ ਵਾਰ ਉਹਨਾਂ ਨੂੰ ਹਾਰ ਖਾ ਕੇ ਮੁੜਨਾ ਪਿਆ। कोमल चित कुदरत रसिक सतवें गुरु हर राय। सहज तुरन पहरन पकड़ कोई कली मते टूट जाए। सतवीं पातशाही श्री गुरु हर राय जी कुदरत के प्रेमी ਅਤੇ ਵਾਤਾਵਰਣ ਪ੍ਰਤੀ ਬਹੁਤ ਸੰਵੇਦਨਸ਼ੀਲ ਸਨ। ਗਰੀਬਾਂ ਲਈ ਵੀ ਉਹਨਾਂ ਦਾ ਮਨ ਪਿਆਰ ਅਤੇ ਹਮਦਰਦੀ ਨਾਲ ਭਰਿਆ ਹੋਇਆ ਸੀ। ਉਹਨਾਂ ਨੇ ਲੰਗਰ ਦੇ ਵੇਲੇ ਨਗਾਰਾ ਵਜਾਉਣ ਦੀ ਪ੍ਰਥਾ ਚਲਾਈ ਤਾਂ ਜੋ ਕੋਈ ਭੁੱਖਾ ਪਿਆਸਾ ਸੁਣਦਾ ਹੋਵੇ ਤਾਂ ਆ ਕੇ ਲੰਗਰ ਛਕ ਲਵੇ। उधर हिंद दे बदल गए तौर तेवर। औरंगजेब तख्त नशीन होया। शाहां ते फकीरां दा जोड़ के हार। रिश्ता होर भी हुण तां संगीन होया। ਜਦੋਂ ਔਰੰਗਜ਼ੇਬ ਤਖਤ ਤੇ ਬੈਠਾ ਤਾਂ ਉਸਨੇ ਗੁਰੂ ਹਰ ਰਾਏ ਜੀ ਨੂੰ ਦਿੱਲੀ ਆਉਣ ਦਾ ਸੱਦਾ ਭੇਜਿਆ। ਗੁਰੂ ਹਰ ਰਾਏ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਆਪਣਾ ਨੁਮਾਇੰਦਾ ਬਣਾ ਕੇ ਭੇਜਿਆ। ਔਰੰਗਜ਼ੇਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤੁਕ ਤੇ ਇਤਰਾਜ਼ ਕੀਤਾ ਤਾਂ ਰਾਮ ਰਾਏ ਨੇ ਤੁਕ ਦਾ ਇੱਕ ਸ਼ਬਦ ਬਦਲ ਦਿੱਤਾ। ਆਪਣੇ ਪੁੱਤਰ ਦੀ ਇਸ ਇਖਲਾਕੀ ਕਾਇਰਤਾ ਕਾਰਨ ਗੁਰੂ ਹਰ ਰਾਏ ਜੀ ਨੇ ਉਸ ਨੂੰ ਬੇਦਖਲ ਕਰ ਦਿੱਤਾ ਤੇ ਗੁਰਗੱਦੀ ਆਪਣੇ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਅਰਪਿਤ ਕੀਤੀ। ਦਇਆ ਅਤੇ ਮਾਨਵ ਸੇਵਾ ਦੇ ਸਰੂਪ ਹਰਕ੍ਰਿਸ਼ਨ ਜੀ ਉਦੋਂ ਦਿੱਲੀ ਸਨ ਜਦੋਂ ਸ਼ਹਿਰ ਵਿੱਚ ਚੇਚਕ ਦੀ ਮਹਾਮਾਰੀ ਫੈਲੀ। सिख संगत समेत दिन रात रोगियों की सेवा करते गुरु हरकृष्ण जी आप बीमार हो गए तो कुछ दिनों बाद ज्योति जोत समा गए। ज्योति जोत समान वेले उन्हां दे मुखार बिन ते ये दो शब्द सन, बाबा बकाले। ਇਹਨਾਂ ਦੋ ਸ਼ਬਦਾਂ ਦਾ ਭਾਵ ਸੀ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਇਸ ਵੇਲੇ ਬਕਾਲੇ ਵਿੱਚ ਹਨ। ਪਰ ਜਦੋਂ ਇਹ ਦੋ ਸ਼ਬਦ ਬਕਾਲੇ ਪਹੁੰਚੇ ਤਾਂ 22 ਬਾਬੇ ਢੋਂਗੀ ਗੁਰੂ ਬਣ ਬੈਠੇ। पर गुरु तेग बहादुर शांत अडोल अपनी कुटिया विच प्रभु के सिमरन विच लीन रहे। उधर पंजाब के मशहूर सौदागर मक्खन शाह लुबाणा की बेड़ी दरिया की घुम्मण घेरी विच डामाडोल हो रही सी। उसने गुरु घर का ध्यान करके अरदास की ते 500 मोहरां दी सुखना सुखी
उसकी बेड़ी सही सलामत कंढे लगी। सुखना पूरी करन लई वो बकाले पहुंचया तो भाई गुरु देख के हैरान होया, पर 5-5 मोहरां हर आपे बने गुरु अगे तरी गया। गुरु तेग बहादुर जी के सन्मुख आके भी मक्खन शाह ने 5 मोहरां रख के शीस निभाया। गुरु जी हंस के बोले, मक्खन शाह, व्यापार इस तरह नहीं चलते। तेरा इकरार था 500 मोहरां दा सी। मक्खन शाह यह वाक सुन के खुशी नाल दीवाना हो गया। छत ते चढ़ के गाउण लगा, गुरुला दोरे 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 गुरुला दोरे। 9वें पातशाह श्री गुरु तेग बहादुर जी जदों पूरब की यात्रा ते निकले तो परिवार नूं पटना साहब छड़ के आसाम की यात्रा ते चले गए। इसे सफर दौरान ही उन्हां नूं माता गुजरी दी कुखों पुत्र के जन्म की खबर मिली। पुत्र का नाम गोविंद रखिया गया। जदों गोबिंद जी 5 वरियां दे होए तो सारा परिवार आनंदपुर साहब आ वसिया। इत्थे ही गोबिंद जी ने शास्त्रां अते शस्त्रां दी सिੱਖਿਆ हासिल की। संस्कृत, फारसी, पंजाबी अते ब्रिज आदि भाषावां दा ज्ञान प्राप्त किया। घोड़सवारी, तीरंदाजी अते किरपान दे करतबां विच निपुण हुए। यही वो वक्त सी जद दिल्ली के तख्त ते बैठा बादशाह औरंगजेब भय अते जुल्म दे नाल सारे हिंदुस्तान नूं दीन दे रंग विच रंगना चाहता सी। सन 1675 गोबिंद जी उदों 9 बरस दे सन जदों एक दिन गुरु तेग बहादुर जी के सजे हुए दरबार विच कश्मीरी पंडित आ फरियादी हुए, जिन्हां दे मत्थियां उत्तों जबरन तिलक मिटाए जा रहे सन, जंजू उतारे जा रहे सन। उन्हां दी दर्द भरी विथ्या सुन के श्री गुरु तेग बहादुर जी अजे खामोशी सन कि बाल गोबिंद बोल उठे, गुरु पिता एक अर्ज अज बारिक तेरा करे, तुद बिन कौन जो जिंद दा दीवा बाल धरे। चुल्लण लख अनेरियां कहर दी पौण वगे, तेरे सच बलिदान दा जुग जुग दीप जले। बाल गोबिंद नूं प्यार भरिया थापड़ा दे के गुरु तेग बहादुर जी कश्मीरी पंडितां नूं कहण लगे, हे दुखियारे हिरदयो ना हो गमगी, हाकम नूं जाके दियो ए गल नाल यकीन। तेग बहादुर मन लवे जेकर तेरी, सारा हिंद ही अपना बदल लवेगा दी। गुरु तेग बहादुर जी इंसानी स्वतंत्रता, इंसाफ
ਅਤੇ ਦੀਨਾਂ ਦੁਖੀਆਂ ਦੀ ਰੱਖਿਆ ਵਾਸਤੇ ਬਲੀਦਾਨ ਦੇਣ ਲਈ ਦਿੱਲੀ ਵੱਲ ਰਵਾਨਾ ਹੋ ਗਏ। ਉਹਨਾਂ ਨੂੰ ਗ੍ਰਿਫਤਾਰ ਕਰਕੇ ਇਸਲਾਮ ਕਬੂਲ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਅਤੇ ਖੌਫ ਦਿੱਤੇ ਗਏ। ਕੋਈ ਪੇਸ਼ ਨਾ ਚਲਦੀ ਦੇਖ ਕੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਉਹਨਾਂ ਦੇ ਪਿਆਰੇ ਸਿੱਖਾਂ ਨੂੰ ਅੰਤਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਜੋ ਗੁਰੂ ਦਾ ਦਿਲ ਦਹਿਲ ਜਾਵੇ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਜੀ ਨੂੰ ਜਿਉਂਦਿਆਂ ਅੱਗ ਵਿੱਚ ਜਲਾਇਆ ਗਿਆ। ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ। ਔਰੰਗਜ਼ੇਬ ਅਤੇ ਉਸ ਦੀ ਮੁਗਲਿਆ ਸਲਤਨਤ ਗੁਰੂ ਜੀ ਨੂੰ ਦੀਨ ਕਬੂਲ ਕਰਵਾਉਣ ਦੀ ਕੋਸ਼ਿਸ਼ ਕਰਦੀ ਹਾਰ ਗਈ। ਔਰੰਗਜ਼ੇਬ ਨੇ ਹੁਕਮ ਦਿੱਤਾ, ਸਿਰ ਕਲਮ ਕਰ ਦਿੱਤਾ ਜਾਵੇ ਔਰ ਖਬਰਦਾਰ ਕੋਈ ਇਸ ਸਿਰ ਅਤੇ ਜਿਸਮ ਨੂੰ ਇਸ ਜ਼ਮੀਨ ਤੋਂ ਉਠਾਉਣ ਦੀ ਜੁਰਤ ਨਾ ਕਰੇ। सीने नाल सिदक मुंह कर ना सके जुदा, तड़ दे नालों कर गए बुरा नसीस जुदा। शीस जमी ते टैपया मच गई हाहाकार, धरती मां ने चुम के आख्या मैं बलिहार, आख्या मैं बलिहार, आख्या मैं बलिहार। देख बहादुर के चलत पयो जगत में शोक, है सब जग भयो जय 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 सुन लो, जय 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 सुन लो, जय 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 सुन लो। ਸ਼ਾਹੀ ਫਰਮਾਨ ਦੀ ਪਰਵਾਹ ਨਾ ਕਰਦਿਆਂ ਵਣਜਾਰਾ ਸਿੱਖ ਲੱਖੀ ਸ਼ਾਹ ਗੁਰਾਂ ਦੀ ਦੇਹੀ ਨੂੰ ਆਪਣੇ ਗੱਡੇ ਵਿੱਚ ਲੁਕਾ ਕੇ ਆਪਣੇ ਪਿੰਡ ਲੈ ਗਿਆ ਤੇ ਗੁਰਾਂ ਦੀ ਦੇਹੀ ਦਾ ਸੰਸਕਾਰ ਕਰਨ ਲਈ ਆਪਣੇ ਘਰ ਨੂੰ ਅੱਗ ਲਾ ਦਿੱਤੀ। ਭਾਈ ਜੈਤਾ ਗੁਰਾਂ ਦੇ ਸੀਸ ਨੂੰ ਆਪਣੀ ਬੁੱਕਲ ਵਿੱਚ ਲੁਕਾ ਕੇ ਰਾਤਾਂ ਅਤੇ ਝੱਖੜ ਚੀਰਦਾ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚਿਆ ਤੇ ਉਹਨਾਂ ਨੂੰ ਗੁਰੂ ਦਾ ਸੀਸ ਅਰਪਿਤ ਕੀਤਾ। ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਦਸਮ ਪਾਤਸ਼ਾਹ ਨੇ ਭਾਈ ਜੈਤੇ ਨੂੰ ਗਲੇ ਲਗਾਇਆ ਤੇ ਸੀਸ ਦਾ ਸੰਸਕਾਰ ਕੀਤਾ। ਗੁਰੂ ਪਿਤਾ ਦੀ ਸ਼ਹਾਦਤ ਦਸਮ ਪਾਤਸ਼ਾਹ ਦੇ ਨੈਣਾਂ ਨੂੰ ਐਸੀ ਨਮੀ ਤੇ ਲੌ ਦੇ ਗਈ ਕਿ ਉਹਨਾਂ ਨੇ ਆਉਂਦੇ ਸਮਿਆਂ ਨੂੰ ਅਨੰਤ ਕਾਲ ਤੱਕ ਨਿਹਾਰਿਆ। ਆਉਣ ਵਾਲੇ ਸਮਿਆਂ ਵਿੱਚ ਆਪਣੇ ਸਿੱਖਾਂ ਨੂੰ ਜ਼ਬਰ ਅਤੇ ਜ਼ੁਲਮ ਨਾਲ ਟਕਰਾਉਣ ਲਈ ਤਿਆਰ ਹੋਣ ਦਾ ਆਦੇਸ਼ ਦਿੱਤਾ। ਫਿਰ ਆਇਆ 1699 ਦੀ ਵਿਸਾਖੀ ਦਾ ਉਹ ਪਾਵਨ ਤੇ ਇਤਿਹਾਸਿਕ ਦਿਹਾੜਾ। ਹੱਥ ਵਿੱਚ ਨੰਗੀ ਸ਼ਮਸ਼ੀਰ ਲੈ ਕੇ ਹਿੰਦੁਸਤਾਨ ਦੀਆਂ ਚਾਰਾਂ ਦਿਸ਼ਾਵਾਂ ਤੋਂ ਆਈ ਸੰਗਤ ਤੋਂ ਸੀਸ ਦੀ ਮੰਗ ਕੀਤੀ। ਪੰਜ ਮਰਜੀਵੜਿਆਂ ਨੇ ਆਪਣੇ ਸੀਸ ਗੁਰੂ ਨੂੰ ਅਰਪਿਤ ਕੀਤੇ। ਇਹਨਾਂ ਨੂੰ ਦਸਮ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਾਇਆ, ਗਲ ਨਾਲ ਲਾਇਆ, ਗੁਰੂ ਦੇ ਪਿਆਰੇ ਕਿਹਾ। ਫਿਰ ਇਹਨਾਂ ਪੰਜਾਂ ਪਿਆਰਿਆਂ ਤੋਂ ਖੁਦ ਅੰਮ੍ਰਿਤ ਪਾਨ ਕਰਕੇ ਆਪੇ ਗੁਰਚੇਲਾ ਦੀ ਅਨੋਖੀ ਮਿਸਾਲ ਕਾਇਮ ਕੀਤੀ। ਇਸ ਮੌਕੇ ਤੇ ਆਏ ਹੋਏ ਵੱਖ-ਵੱਖ ਵਰਣਾਂ ਅਤੇ ਜਾਤਾਂ ਨਾਲ ਸੰਬੰਧ ਰੱਖਣ ਵਾਲੇ ਵਿਸ਼ਾਲ ਜਨ ਸਮੂਹ ਨੂੰ ਇੱਕੋ ਹੀ ਬਾਟੇ ਚੋਂ ਅੰਮ੍ਰਿਤ ਛਕਾਇਆ। ਸਦੀਆਂ ਤੋਂ ਚੱਲਦੇ ਆ ਰਹੇ ਜਾਤ ਪਾਤ ਦੇ ਸਰਾਪ ਨੂੰ
ਇੱਕੋ ਪਲ ਵਿੱਚ ਮਿਟਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਜਿਸ ਨੂੰ ਇੱਕ ਨਵਾਂ ਵੇਸ ਦੇ ਕੇ ਅਕਾਲ ਪੁਰਖ ਦੀ ਫੌਜ ਕਿਹਾ। खालसा मेरो रूप है खास, खालसे में हो करो निवास। खालसा मेरो मुख है अंगा, खालसे के हो सद सद संगा। खालसा मेरो पिंड प्राण, खालसा मेरी जान की जान। खालसा मेरो सजन सूरा, खालसा मेरो सतगुरु पूरा। खालसा अकाल पुरख की फौज, खालसा अकाल पुरख की फौज। प्रगटे हो खालसा परमात्म की फौज। बोले सोनिहाल सत श्री अकाल। बोले सोनिहाल सत श्री अकाल। बोले सोनिहाल सत श्री अकाल। बोले सोनिहाल सत श्री ਸੱਚ, ਪ੍ਰੇਮ ਅਤੇ ਚੜ੍ਹਦੀ ਕਲਾ ਦੇ ਇਸ ਬੇਖੌਫ ਕਾਫਲੇ ਨੂੰ ਦੇਖ ਕੇ ਜ਼ੁਲਮ ਅਤੇ ਬੇਇਨਸਾਫੀ ਦੀ ਸਤਾਈ ਹੋਈ ਹਰਕਤ ਵਿੱਚ ਆਸ ਅਤੇ ਉਤਸ਼ਾਹ ਦੀ ਨਵੀਂ ਲਹਿਰ ਦੌੜ ਗਈ। ਪਰ ਮੁਗਲ ਸਲਤਨਤ, ਪਹਾੜੀ ਰਾਜਿਆਂ ਅਤੇ ਅਖੌਤੀ ਉੱਚੀਆਂ ਜਾਤਾਂ ਨੂੰ ਇਹ ਅਣਖੀਲਾ ਪੰਥ ਚੁਭਣ ਲੱਗਾ। ਖਾਲਸੇ ਦੀ ਹੋਂਦ ਮਿਟਾਉਣ ਦੀਆਂ ਤਰਕੀਬਾਂ ਹੋਣ ਲੱਗੀਆਂ। ਖੁਦਗਰਜ਼ ਅਤੇ ਹੰਕਾਰੀ ਤਾਕਤਾਂ ਸਿਰ ਜੋੜਨ ਲੱਗੀਆਂ। ਚਾਰੇ ਪਾਸਿਓਂ ਜ਼ੁਲਮ ਦਾ ਗਰਦ ਗੁਬਾਰ ਇਕੱਠਾ ਹੋਣ ਲੱਗਾ। ਸੱਚ, ਆਤਮ ਸਨਮਾਨ ਅਤੇ ਇਨਸਾਫ ਦੀਆਂ ਲਾਟਾਂ ਨੂੰ ਬੁਝਾਉਣ ਲਈ ਵਾਰ-ਵਾਰ ਜ਼ੁਲਮ ਅਤੇ ਬੇਇਨਸਾਫੀ ਦੇ ਚੱਕਰ ਚੁੱਲੇ। ਪਹਾੜੀ ਰਾਜਿਆਂ ਅਤੇ ਮੁਗਲਿਆ ਸਲਤਨਤ ਦੀਆਂ ਭਾਰੀ ਫੌਜਾਂ ਨੇ ਰਲ ਕੇ बार-बार हमले किए। 1.25 लाख से एक लड़ाऊं जो गुरु वाक अनुसार गुरु का खालसा बेमिसाल बहादुरी ਨਾਲ ਲੜਿਆ। ਸਰਬੰਸਦਾਨੀ ਬੇਕਸਾਂ ਦੇ ਯਾਰ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੇ ਆਦੇਸ਼ ਮੁਤਾਬਕ ਦੁਨੀਆ ਉੱਤੇ ਸੱਚ, ਹੱਕ ਅਤੇ ਇਨਸਾਫ ਦੀ ਰੱਬੀ ਹਕੂਮਤ ਕਾਇਮ ਕਰਨ ਲਈ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ। ਇਤਿਹਾਸ ਵਿੱਚ ਇਸ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਚਮਕੌਰ ਦੀ ਗੜੀ ਵਿੱਚ ਆਪਣੇ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਆਪਣੇ ਹੱਥੀਂ ਸ਼ਹੀਦੀ ਗਾਲੇ ਬਣ ਕੇ ਜੂਝਣ ਲਈ ਤੋਰਿਆ। ਭਾਰੀ ਫੌਜ ਦਾ ਮੁਕਾਬਲਾ ਕਰਦੇ ਹੋਏ ਗੁਰੂ ਦੇ ਲਾਲ ਰਣ ਖੇਤਰ ਵਿੱਚ ਸ਼ਹੀਦ ਹੋਏ। सूबा सरहंद वजीर खान ने माता गुजरी ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ। ਮਾਸੂਮ ਜਿੰਦਾਂ ਨੂੰ ਲਾਲਚ ਅਤੇ ਖੌਫ ਦਿੱਤੇ ਗਏ ਤਾਂ ਜੋ ਉਹ ਆਪਣਾ ਧਰਮ ਤਿਆਗ ਦੇਣ, ਪਰ ਉਹ ਆਪਣੇ ਸਿੱਧਕ ਤੇ ਅਡੋਲ ਰਹੇ। 7 ਸਾਲ ਦੇ ਸਾਹਿਬਜ਼ਾਦੇ ਫਤਿਹ ਸਿੰਘ ਤੇ 9 ਸਾਲ ਦੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਨੂੰ ਜਿਉਂਦੇ ਜੀ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ। ਇਹਨਾਂ ਮਾਸੂਮ ਜਿੰਦਾਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਮਾਤਾ ਗੁਜਰੀ ਨੇ ਪ੍ਰਾਣ ਤਿਆਗ ਦਿੱਤੇ। ਮਾਤਾ ਪਿਤਾ ਅਤੇ ਚਾਰੇ ਪੁੱਤਰਾਂ ਦੀ ਕੁਰਬਾਨੀ ਦੇ ਕੇ ਵੀ ਮਾਛੀਵਾੜੇ ਦੇ ਜੰਗਲ ਵਿੱਚ ਇਕੱਲੇ ਬੈਠੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬਿੰਦ ਤੇ ਅਕਾਲ ਪੁਰਖ ਲਈ ਗਹਿਰੇ ਪ੍ਰੇਮ ਅਤੇ
ਤੇ ਸ਼ੁਕਰਾਨੇ ਦੇ ਬੋਲ ਸਨ। ਮਿੱਤਰ ਪਿਆਰਿਓ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰਿਓ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਮਿੱਤਰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰਿਓ। ਦੀਨਾ ਕਾਂਗੜ ਵਿਖੇ ਦਸਮ ਪਾਤਸ਼ਾਹ ਨੇ ਫਾਰਸੀ ਸ਼ਾਇਰੀ ਵਿੱਚ ਔਰੰਗਜ਼ੇਬ ਦੇ ਨਾਮ ਜ਼ਫਰਨਾਮਾ ਲਿਖਿਆ, ਜਿਸ ਵਿੱਚ ਉਹਨਾਂ ਨੇ ਔਰੰਗਜ਼ੇਬ ਨੂੰ ਉਸ ਦੇ ਕੀਤੇ ਗੁਨਾਹਾਂ ਦਾ ਅਹਿਸਾਸ ਕਰਵਾਇਆ। ਜ਼ਫਰਨਾਮਾ ਖਾਲਸੇ ਦੀ ਇਖਲਾਕੀ ਜਿੱਤ ਦਾ ਐਲਾਨ ਹੈ। ਤਲਵੰਡੀ ਸਾਬੋ ਸ਼੍ਰੀ ਦਮਦਮਾ ਸਾਹਿਬ ਵਿਖੇ ਮਾਤਾ ਸੁੰਦਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ। ਉਹਨਾਂ ਨੇ ਦਸਮ ਪਾਤਸ਼ਾਹ ਨੂੰ ਪੁੱਛਿਆ, हे ਪਾਤਸ਼ਾਹ, ਚਾਰ ਚੰਨ ਜਿਹੇ ਮੁਖੜਿਆਂ ਚੋਂ ਇੱਕ ਵੀ ਨਜ਼ਰ ਨਹੀਂ ਆ ਰਿਹਾ, ਕਿੱਥੇ ਛੱਡ ਆਏ ਹੋ ਚਾਰੇ ਲਾਲ। ਇਸ ਸਵਾਲ ਨਾਲ ਧਰਤੀ ਤੇ ਅਸਮਾਨ ਡੋਲ ਗਏ। ਦਸਮ ਪਾਤਸ਼ਾਹ ਵੱਲੋਂ ਜਵਾਬ ਵਿੱਚ ਕਹੇ ਬੋਲਾਂ ਨੇ ਡੋਲਦੀ ਧਰਤੀ ਤੇ ਅਸਮਾਨ ਨੂੰ ਥੰਮ ਲਿਆ। ਉਸ ਜਵਾਬ ਵਿੱਚ ਉਹਨਾਂ ਦਾ ਸਮੁੱਚਾ ਜੀਵਨ ਇਤਿਹਾਸ ਤੇ ਆਪਣੇ ਖਾਲਸੇ ਲਈ ਅਨੂਠਾ ਪਿਆਰ ਅਤੇ ਵਿਸ਼ਵਾਸ ਭਰਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਵਿੱਚ ਸਜੇ ਸਿੰਘਾਂ ਵੱਲ ਸੰਕੇਤ ਕਰਕੇ ਕਿਹਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੇ ਸੁਤ ਚਾਰ हुए तो क्या हुआ, जीवत गई हजार। दमदमा साहब विखे गुरु गोबिंद सिंह जी ने श्री गुरु ग्रंथ साहब की संपूर्ण भीड़ तैयार की। भाई मनी सिंह ते होर लिखारियां तो उस भीड़ के उतारे तैयार करवाए ते दखण की यात्रा ते रवाना हो गए। जब नंदेड़ पहुंचे तो उन्हां दी मुलाकात योधे तो विरागी बने माधोदास नाल हुई। दसम पातशाह की शख्सियत अते उन्हां दे बचनां ने माधोदास की जिंदगी का वहन ही बदल दिता। गुरु जी ने कहा, हे माधो, ये तेरा शांत ते पवित्र आश्रम किस काम है, जद के तेरी मात भूमि उत्ते मजलूमां दे खून दियां नदियां बह रही। उठ शमशीर उठा, जालमां दे खौफ अते मजलूमां दा आसरा बन। गुरु गोबिंद सिंह जी ने अमृतपान करवा के माधो विरागी नूं बंदा बहादुर बनाया। जुल्म के खिलाफ जंग नूं जारी रखने लई दसम पातशाह ने बंदा बहादुर नूं पंजाब वल रवाना किया।
ਨੰਦੇੜ ਸਾਹਿਬ ਦੀ ਧਰਤੀ ਨੇ ਦੇਖਿਆ ਉਹ ਇਤਿਹਾਸਿਕ ਦਿਨ ਜਦੋਂ ਸੱਚਖੰਡ ਗਮਨ ਤੋਂ ਕੁਝ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਮੂਹ ਸੰਗਤ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾ ਕੇ ਗੁਰਤਾ ਗੱਦੀ ਅਰਪਿਤ ਕੀਤੀ। ਤੇ ਸੰਗਤ ਨੂੰ ਆਦੇਸ਼ ਦਿੱਤਾ ਕਿ ਅੱਜ ਤੋਂ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੋਣਗੇ। ਜਿਸਨੇ ਵੀ ਗੁਰੂ ਦੇ ਦੀਦਾਰ ਕਰਨੇ ਹੋਣਗੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਹੀ ਕਰੇਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਚਾਨਣ ਲੈ ਕੇ ਜੋ ਵੀ ਫੈਸਲੇ ਹੋਣਗੇ ਉਹ ਗੁਰੂ ਦੇ ਹੀ ਫੈਸਲੇ ਹੋਣਗੇ। आज्ञा पई अकाल की तभी चलायो पंथ, सब सिखन को हुक्म है